ਕਿਸੇ ਤਰ੍ਹਾਂ ਉਸ ਵੇਲੇ ਖਾੜਕੂ ਧਿਰਾਂ ਨੇ ਆਪਣੇ ਜਥੇਦਾਰ ਥਾਪੇ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਜਥੇਦਾਰ ਥਾਪੇ ਸਨ। ਉਸ ਵੇਲੇ ਸ਼੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਇੱਕ ਜਥੇਦਾਰ ਹੋਏ ਆ ਗਿਆਨੀ ਬਲਬੀਰ ਸਿੰਘ ਤੇ ਜਿਹੜੇ ਖਾੜਕੂ ਧਿਰਾਂ ਨੇ ਉਸ ਵੇਲੇ ਜਥੇਦਾਰ ਥਾਪੇ ਸੀਗੇ ਉਹ ਸੀਗੇ ਗਿਆਨੀ ਸਵਿੰਦਰ ਸਿੰਘ। ਦੋ ਤਿੰਨ ਵਾਰ ਉਹਨਾਂ ਤੇ ਹਮਲੇ ਵੀ ਹੋਏ। ਉਹਨਾਂ ਤੋਂ ਜਿਹੜੀ ਸੁਰੱਖਿਆ ਪੁਲਿਸ ਦੀ ਸੁਰੱਖਿਆ ਜਥੇਦਾਰਾਂ ਨੂੰ ਦੇਣ ਦੀ ਜਿਹੜੀ ਪਰ ਪਾਰਟੀ ਉਦੋਂ ਸ਼ੁਰੂ ਹੋਈ, ਉਹਨਾਂ ਨੂੰ ਸੁਰੱਖਿਆ ਵੀ ਦਿੱਤੀ ਗਈ। ਇਸ ਦੇ ਬਾਵਜੂਦ ਉਹਨਾਂ ਦਾ ਜਿਹੜਾ ਉਹ ਖਾੜਕੂਆਂ ਦੇ ਭੇਸ ਹਥਿਆਰਬੰਦ ਵਿਅਕਤੀਆਂ ਨੇ ਮੋਰਿੰਡੇ ਲਾਗੇ ਕਤਲ ਕਰ ਦਿੱਤਾ ਸੀ। ਇਹਨੂੰ ਮਾਫੀ ਦੇਣ ਦੀ ਜਿਹੜੀ ਅਕਾਲ ਤਖਤ ਤੋਂ ਮਾਫੀ ਦੇਣ ਦੀ ਘਟਨਾ ਵਾਪਰਦੀ ਆ। ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋ ਗਏ ਪੰਥ ਦੇ ਵਿੱਚ ਇੱਕ ਵੱਡਾ ਵਿਰੋਧ ਖੜਾ ਹੋ ਗਿਆ ਜਥੇਦਾਰਾਂ ਦਾ ਤੇ ਉਸ ਦੇ ਮੱਦੇਨਜ਼ਰ ਜਥੇਦਾਰਾਂ ਨੂੰ ਡੇਰਾ ਮੁਖੀ ਨੂੰ ਦਿੱਤੀ ਮਾਫੀ ਤਾਂ ਵਾਪਸ ਲੈਣੀ ਪਈ, ਪਰ ਉਦੋਂ ਵੀ ਅਕਾਲੀ ਸਰਕਾਰ ਸੀ। ਅਕਾਲੀ ਦਲ ਨੇ ਜਿਹੜਾ ਉਹਨਾਂ ਨੂੰ ਗਿਆਨੀ ਜਿਹੜੇ ਗੁਰਬਚਨ ਸਿੰਘ ਸੀਗੇ ਉਹਨਾਂ ਨੂੰ ਤੇ ਉਹਨਾਂ ਦੇ ਸਮੇਤ ਜਿਹੜੇ ਬਾਕੀ ਜਥੇਦਾਰ ਸੀ ਜਿਹੜੇ ਉਸ ਗੁਰਮਤੇ ਦੇ ਵਿੱਚ ਸ਼ਾਮਲ ਸੀਗੇ ਜਿਹਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ, ਉਹਨਾਂ ਸਾਰੇ ਜਥੇਦਾਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਾਇਲਟ ਜਿਪਸੀਆਂ ਔਰ ਸੁਰੱਖਿਆ ਦੇ ਦਿੱਤੀ ਗਈ। ਦੂਜੀਆਂ ਏਜੰਸੀਆਂ ਆ ਉਹਨਾਂ ਨੇ ਵੀ ਰਿਪੋਰਟਾਂ ਦਿੱਤੀਆਂ ਸੀ ਕਿ ਇਹਨਾਂ ਜਥੇਦਾਰਾਂ ਨੂੰ ਜਿਹੜਾ ਖਾਲਿਸਤਾਨੀ ਧਿਰਾਂ ਜਾਂ ਕਿਸੇ ਵੀ ਗਰਮ ਖਿਆਲੀ ਧਿਰਾਂ ਤੋਂ ਖਤਰਾ ਹੋ ਸਕਦਾ। ਇਹਨਾਂ ਨੇ ਅੱਜ ਤੱਕ ਕਿਸੇ ਵੀ ਜਥੇਦਾਰ ਨੇ ਔਨ ਰਿਕਾਰਡ ਗੱਲ ਆ ਕਿਸੇ ਵੀ ਜਥੇਦਾਰ ਨੇ ਕਦੇ ਵੀ ਲਿਖ ਕੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਲਿਖਤੀ ਤੌਰ ਤੇ ਸੁਰੱਖਿਆ ਦੀ ਮੰਗ ਨਹੀਂ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਮੇਂ ਲੋ ਕਾਹਲੀ ਦੇ ਵਿੱਚ ਲਏ ਫੈਸਲੇ ਕਾਰਨ ਜਿਹੜਾ ਉਹਨਾਂ ਦੀ ਸੁਰੱਖਿਆ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਤਾਂ ਜਥੇਦਾਰਾਂ ਨੇ ਇਸੇ ਕਾਰਨ ਹੀ ਆਪਣੀ ਸਾਰੀ ਸੁਰੱਖਿਆ ਵਾਪਸ ਕਰਤੀ। ਇਹ ਤਾਂ ਗਲਤੀ ਹੈ ਨਾ। ਅਕਾਲ ਤਖਤ ਦੇ ਜਥੇਦਾਰ ਦੀ ਇੱਕ ਵਾਰ ਤੋਹੀਨ ਜਿਹੜੀ ਉਹ ਇਕੱਲੇ ਜਥੇਦਾਰ ਦੀ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਤੋਹੀਨ ਨਹੀਂ ਆ, ਉਹ ਅਕਾਲ ਦੇ ਤਖਤ ਸਿੱਖਾਂ ਦੇ ਜਿਹੜੇ 5 ਤਖਤ ਨੇ ਸਰਵਉੱਚ ਉਹਨਾਂ ਦੇ ਵਿੱਚੋਂ ਅਕਾਲ ਤਖਤ ਆ, ਉਹਨਾਂ ਦੀ ਤੋਹੀਨ ਆ, ਤਖਤ ਦੀ ਤੋਹੀਨ ਆ। ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਅੱਜ ਇੱਕ ਬਹੁਤ ਹੀ ਅਹਿਮ ਮੁੱਦਾ ਉੱਠਿਆ। ਪੰਜਾਬ ਸਰਕਾਰ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ। ਫਿਰ ਸਰਕਾਰ ਨੂੰ ਅਹਿਸਾਸ ਹੁੰਦਾ ਸਿਕਿਉਰਿਟੀ ਮੁੜ ਤੋਂ ਜਥੇਦਾਰ ਸਾਹਿਬ ਨੂੰ ਦਿੱਤੀ ਜਾਂਦੀ, ਲੇਕਿਨ ਉਹ ਸਿਕਿਉਰਿਟੀ ਪੰਜਾਬ ਸਰਕਾਰ ਦੀ ਵਾਪਸ ਨਹੀਂ ਲੈਂਦੇ, ਵਾਪਸ ਕਰ ਦਿੰਦੇ ਨੇ ਕਿ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਆ। ਪਰ ਸਵਾਲ ਆ ਕਿ ਜਥੇਦਾਰਾਂ ਨੂੰ ਸਿਕਿਉਰਿਟੀ ਦੇਣ ਦਾ ਰਿਵਾਜ ਕਦੋਂ ਪਿਆ? ਕੀ ਉਹਨਾਂ ਦੀ ਕੋਈ ਡਿਮਾਂਡ ਸੀ ਜਾਂ ਫਿਰ ਸਰਕਾਰਾਂ ਮੌਕੇ ਦੀਆਂ ਸਤਿਕਾਰ ਵਜੋਂ ਮਾਣ ਵਜੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਵੀ ਤਖਤਾਂ ਦੇ ਜਿਹੜੇ ਜਥੇਦਾਰ ਉਹਨਾਂ ਨੂੰ ਸਿਕਿਉਰਿਟੀ ਦਿੰਦੇ ਰਹੇ ਨੇ। ਲੇਕਿਨ ਆਮ ਆਦਮੀ ਪਾਰਟੀ ਸਰਕਾਰ, ਭਗਵੰਤ ਮਾਨ ਦੀ ਸਰਕਾਰ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਤੇ ਅੱਜ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸਿੱਖ ਮਸਲੇ, ਸਿੱਖ ਫਲਸਫੇ, ਅਕਾਲ ਤਖਤ ਸਾਹਿਬ ਦੀ ਸਿਧਾਂਤ ਮਰਿਆਦਾ ਤੇ ਸਿੱਖ ਮੁੱਦਿਆਂ ਤੇ ਟਿੱਪਣੀਕਾਰ ਤੇ ਪੱਤਰਕਾਰ ਸਾਥੀ ਤਲਵਿੰਦਰ ਸਿੰਘ ਬੁੱਟਰ ਹੋਣੀ ਜੁੜੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ। ਤਲਵਿੰਦਰ ਜੀ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ। ਤਲਵਿੰਦਰ ਜੀ ਕਿਵੇਂ ਦੇਖਦੇ ਸਰਕਾਰ ਸਿਕਿਉਰਿਟੀ ਵਾਪਸ ਲੈ ਲੈਂਦੀ ਆ ਫਿਰ ਦੇ ਦਿੰਦੀ ਆ, ਸਰਕਾਰ ਦੇ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਜੀ? ਦੇਖੋ ਭੁੱਲਰ ਸਾਹਿਬ, ਜਿਹੜਾ ਸੁਰੱਖਿਆ ਵਾਪਸ ਲੈਣ ਦਾ ਇੱਕ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ ਆ, ਇਹਦੇ ਵਿੱਚੋਂ ਕਈ ਵੱਖ-ਵੱਖ ਨੁਕਤਾ ਨਿਗਾਹ ਜਿਹੜੇ ਸਰਕਾਰ ਸਾਹਮਣੇ ਆਉਂਦੇ ਜਿਹਦੇ ਤੋਂ ਸਰਕਾਰ ਦੀ ਇੱਕ ਪ੍ਰਬੰਧਕੀ ਪੱਧਰ ਤੇ ਵੀ ਜਿਹੜੀ ਫੇਲੀਅਰ ਸਾਹਮਣੇ ਆਉਂਦੀ ਹੈ। ਉਹ ਕਿਵੇਂ ਆਉਂਦੀ ਆ ਕਿ ਠੀਕ ਹੈ ਕਿ ਸਮੇਂ-ਸਮੇਂ ਸਰਕਾਰ ਜਿਹੜੀ ਆ ਉਹ ਸਮੀਖਿਆ ਕਰਦੀ ਆ ਵੱਖ-ਵੱਖ ਮਹੱਤਵਪੂਰਨ ਸ਼ਖਸੀਅਤਾਂ ਦੀ ਸੁਰੱਖਿਆ ਦੇਣ ਦਾ ਲੈਣ ਦਾ, ਇਹਨੂੰ ਖਤਰਾ ਨਹੀਂ ਹੁੰਦਾ, ਉਹਦੀ ਸੁਰੱਖਿਆ ਵਾਪਸ ਲਈ ਜਾਂਦੀ ਆ। ਪਰ ਇੱਕ ਬੜਾ ਕਾਮਨ ਨੁਕਤਾ ਸਾਹਮਣੇ ਆ ਰਿਹਾ, ਇਕੱਲੇ ਜਥੇਦਾਰਾਂ ਦਾ ਮਸਲਾ ਵੀ ਨਾ ਰੱਖੀਏ, ਇਸ ਚੀਜ਼ ਨੂੰ ਪਾਸੇ ਰੱਖ ਦਈਏ ਜਿਹੜੇ ਬੰਦਿਆਂ ਦੀ ਸੁਰੱਖਿਆ ਵਾਪਸ ਲਈ ਗਈ ਆ ਔਰ ਉਹ ਮੁੱਦਾ ਕਿਉਂ ਇੰਨਾ ਉਛਲਿਆ। ਉਹਦਾ ਕਾਰਨ ਇਹ ਹੈ ਕਿ ਸਰਕਾਰ ਨੇ ਆਪਣੀ ਸਸਤੀ ਸ਼ੋਹਰਤ ਦੇ ਲਈ, ਆਪਣੀ ਬੱਲੇ ਬੱਲੇ ਕਰਾਉਣ ਲਈ ਜਿਹੜੀ ਜਿਨ੍ਹਾਂ ਲੋਕਾਂ ਤੋਂ ਸੁਰੱਖਿਆ ਵਾਪਸ ਲਈ ਗਈ ਉਹਨਾਂ ਦੀ ਜਿਹੜੀ ਸੂਚੀ ਆ ਉਹ ਨਸ਼ਰ ਕਰ ਦਿੱਤੀ ਗਈ। ਉਹ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ, ਨਾਲ ਅਖਬਾਰਾਂ ਟੈਲੀਵਿਜ਼ਨਾਂ ਨੂੰ ਵੀ ਦੇ ਦਿੱਤੀ ਗਈ। ਉਹਦੇ ਵਿੱਚ ਇੱਕ ਬੜਾ ਮਹੱਤਵਪੂਰਨ ਪੱਖ ਆ ਜਿਹਦੇ ਤੋਂ ਸਰਕਾਰ ਦੀ ਇੱਕ ਬਚਕਾਨਾ ਹਰਕਤ ਸਾਹਮਣੇ ਆਉਂਦੀ ਆ। ਉਹ ਪੱਖ ਇਹ ਆ ਕਿ ਇੱਕ ਬੰਨੇ ਪੰਜਾਬ ਸਰਕਾਰ ਔਰ ਸੈਂਟਰ ਦੀਆਂ ਪੰਜਾਬ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹ ਗਾਹੇ ਬਗਾਹੇ ਆਏ ਦਿਨ ਇਹੋ ਜਿਹੀਆਂ ਚੇਤਾਵਨੀਆਂ ਜਾਰੀ ਕਰਦੀਆਂ ਰਹਿੰਦੀਆਂ ਆ ਕਿ ਕੁਝ ਦੇਸ਼ ਵਿਰੋਧੀ ਤਾਕਤਾਂ, ਕੁਝ ਵਿਦੇਸ਼ੀ ਤਾਕਤਾਂ ਪੰਜਾਬ ਨੂੰ ਅਸਥਿਰ ਕਰਨ ਦੇ ਲਈ ਸਰਗਰਮ ਨੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਲਈ ਖਤਰਾ ਨੇ। ਪਰ ਦੂਜੇ ਪਾਸੇ ਜਿਹੜੇ ਬੰਦਿਆਂ ਦੀ ਸੁਰੱਖਿਆ ਵਾਪਸ ਲਈ ਜਾਂਦੀ ਆ
ਉਹਨਾਂ ਦੀ ਜਿਹੜੀ ਜਨਤਕ ਕਰਕੇ ਸੂਚੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਜਿਵੇਂ ਕਹਿ ਲਓ ਬਲੀ ਦਾ ਬੱਕਰਾ ਬਣਾਉਣ ਦੇ ਲਈ ਛੱਡ ਰਹੀ ਹੈ ਸਰਕਾਰ। ਕਿਉਂਕਿ ਜੇ ਸੁਰੱਖਿਆ ਦੇ ਨੁਕਤਾ ਨਿਗਾਹਾਂ ਤੋਂ ਵੇਖਣਾ ਹੋਵੇ, ਜਿਨ੍ਹਾਂ ਤੋਂ ਸੁਰੱਖਿਆ ਵਾਪਸ ਲਈ ਜਾਂਦੀ ਹੈ ਜਾਂ ਲਈ ਜਾਣੀ ਬਣਦੀ ਆ, ਉਹਨਾਂ ਦੇ ਬਾਰੇ ਜਿਹੜਾ ਸਰਕਾਰ ਨੂੰ ਜਾਂ ਪੁਲਿਸ ਮਹਿਕਮੇ ਨੂੰ ਇਹ ਸੂਚੀ ਜਨਤਕ ਨਹੀਂ ਸੀ ਕਰਨੀ ਚਾਹੀਦੀ। ਕਿਉਂਕਿ ਜੇਕਰ ਅਸੀਂ ਆਪਣੀਆਂ ਸੁਰੱਖਿਆ ਏਜੰਸੀਆਂ, ਇੰਟੈਲੀਜੈਂਸ ਏਜੰਸੀਆਂ ਦੀਆਂ ਰਿਪੋਰਟਾਂ ਨੂੰ ਸੱਚ ਮੰਨਦੇ ਹਾਂ, ਤਾਂ ਫਿਰ ਇਹ ਵੀ ਖਤਰਾ ਪੈਦਾ ਹੋ ਜਾਂਦਾ ਕਿ ਕੱਲ ਨੂੰ ਦੇਸ਼ ਨੂੰ, ਸਾਡੇ ਸਮਾਜ ਨੂੰ ਅਸਰ ਕਰਨ ਵਾਲੀਆਂ ਤਾਕਤਾਂ ਕਿਤੇ ਨਾ ਕਿਤੇ ਇਹੋ ਜਿਹੇ ਲੋਕਾਂ ਨੂੰ ਵੀ ਟਾਰਗੇਟ ਨਾ ਕਰ ਦੇਣ, ਦੇਸ਼ ਨੂੰ, ਸਾਡੀਆਂ ਸਰਕਾਰਾਂ ਨੂੰ ਅਸਰ ਕਰਨ ਦੇ ਲਈ, ਜਿਨ੍ਹਾਂ ਲੋਕਾਂ ਕੋਲੋਂ ਸਰਕਾਰਾਂ ਨੇ ਸੁਰੱਖਿਆ ਵਾਪਸ ਲਈ ਗਈ ਹੈ। ਸੋ ਇਸ ਕਰਕੇ ਇਹ ਨੁਕਤਾ ਨਿਗਾਹ, ਜੇ ਮੁੱਢਲਾ ਨੁਕਤਾ ਨਿਗਾਹ ਵੇਖਿਆ ਜਾਵੇ ਤਾਂ ਸਰਕਾਰ ਦੀ ਇੱਕ ਬਚਕਾਨਾ ਤੇ ਫੇਲੀਅਰ ਹਰਕਤ ਜਿਹੜੀ ਸਾਹਮਣੇ ਆਉਂਦੀ ਹੈ, ਜਿਨ੍ਹਾਂ ਤੋਂ ਸੁਰੱਖਿਆ ਵਾਪਸ ਸਵਾਲ ਹੈ ਤਲਵਿੰਦਰ ਜੀ ਕਿ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿਕਿਉਰਿਟੀ ਦੀ ਲੋੜ ਹੈ? ਪੰਜਾਬ ਸਰਕਾਰ ਦੀ ਸਿਕਿਉਰਿਟੀ ਦੀ ਲੋੜ ਹੈ? ਸਰਕਾਰੀ ਸਿਕਿਉਰਿਟੀ ਦੀ ਲੋੜ ਹੈ? ਦੇਖੋ ਭੁੱਲਰ ਸਾਹਿਬ, ਇਹਦੇ ਲਈ ਸਾਨੂੰ ਨਾ ਥੋੜਾ ਜਿਹਾ ਸਿਧਾਂਤ ਵੱਲ, ਇਤਿਹਾਸ ਵੱਲ ਝਾਤ ਮਾਰਨੀ ਪਊਗੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਜਿਹੜਾ ਉਹ ਸਿਰਜਿਆ ਸੀ ਸਿੱਖਾਂ ਨੂੰ ਇੱਕ ਵਿਸਮਾਦੀ ਰਾਜ ਵਿਵਸਥਾ ਦੇ ਅਧੀਨ ਕਰਨ ਲਈ। ਗੁਰੂ ਸਾਹਿਬ ਨੇ ਸਿਧਾਂਤਕ ਤੌਰ ਤੇ ਸਿੱਖ ਨੂੰ ਕਿਸੇ ਵੀ ਤਰ੍ਹਾਂ ਦੀ ਦੁਨਿਆਵੀ ਹਕੂਮਤ ਤੋਂ ਉੱਪਰ ਚੁੱਕ ਕੇ ਅਕਾਲ ਪੁਰਖ ਦੀ ਸੱਤਾ ਦੇ ਨਾਲ, ਪਰਮ ਸੱਤਾ ਦੇ ਨਾਲ ਜੋੜਿਆ। ਗੁਰੂ ਸਾਹਿਬ ਨੇ ਜਿਹੜਾ ਦੁਨਿਆਵੀ ਤਖਤ ਤੋਂ ਉੱਚਾ 12 ਫੁੱਟ ਉੱਚਾ ਜਿਹੜਾ ਅਕਾਲ ਤਖਤ ਉਹ ਸਿਰਜਿਆ। ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਲਗਾਏ ਜਾਂਦੇ ਰਹੇ ਆ, ਉਹ ਆਪਣੀ ਕੌਮ ਦੀ ਇੱਕ ਪ੍ਰਮੁੱਖ ਜਿਹੜੀ ਸੈਨਾ ਸੀਗੀ, ਬੁੱਢਾ ਦਲ, ਉਹਦੇ ਸੈਨਾਪਤੀ ਵੀ ਹੁੰਦੇ ਰਹੇ ਆ, ਉਹਦੇ ਜਥੇਦਾਰ ਵੀ ਹੁੰਦੇ ਰਹੇ ਆ। ਇਤਿਹਾਸ 'ਚ ਜ਼ਿਕਰ ਮਿਲਦਾ ਆ ਕਿ ਅਕਾਲੀ ਫੂਲਾ ਸਿੰਘ ਦੇ ਨਾਲ 500 ਘੋੜਸਵਾਰ ਸ਼ਸਤਰਧਾਰੀ ਜਿਹੜੇ ਸਿਪਾਹੀ ਆ, ਉਹ ਹਰਦਮ ਉਹਨਾਂ ਦੀ ਸੁਰੱਖਿਆ ਦੇ ਵਿੱਚ ਜਾਂ ਪੰਥ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਸਨ। ਸੋ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਅਕਾਲ ਤਖਤ ਦੇ ਜਥੇਦਾਰ ਨੂੰ ਸੁਰੱਖਿਆ ਦੀ ਕੀ ਲੋੜ ਆ, ਸਿਧਾਂਤਕ ਪੱਖ ਤੋਂ ਅਕਾਲ ਤਖਤ ਜਿਹੜਾ ਅਕਾਲ ਤਖਤ ਦੀ, ਅਕਾਲ ਪੁਰਖ ਦੀ ਪ੍ਰਭੂ ਸੱਤਾ ਦੇ ਅਧੀਨ ਜਿਹੜਾ ਤਖਤ ਚੱਲਦਾ ਆ, ਉਹਦਾ ਜਥੇਦਾਰ ਕਿਸੇ ਦੁਨਿਆਵੀ ਸਰਕਾਰ ਦੀ ਸੁਰੱਖਿਆ ਦਾ ਮੁਤਾਜ ਨਹੀਂ ਆ। ਪਰ ਇਹਦੇ ਦੋ ਵੱਖ-ਵੱਖ ਪਹਿਲੂ ਸਾਹਮਣੇ ਆਉਂਦੇ ਆ। ਪਹਿਲਾ ਪੱਖ ਇਹ ਕਿ ਜਦੋਂ ਖਾੜਕੂਵਾਦ ਦਾ ਦੌਰ ਚੱਲ ਰਿਹਾ ਸੀ, 1988-89 ਦੀ ਗੱਲ ਆ, ਉਸ ਵੇਲੇ ਜਿਵੇਂ ਹੁਣ ਸਾਡੇ ਪਿਛਲੇ ਸਮੇਂ ਦੌਰਾਨ ਮੁਤਵਾਜੀ ਜਥੇਦਾਰ ਪੰਥਕ ਧਿਰਾਂ ਨੇ ਥਾਪ ਦਿੱਤੇ ਸਨ, ਇਸੇ ਤਰ੍ਹਾਂ ਉਸ ਵੇਲੇ ਖਾੜਕੂ ਧਿਰਾਂ ਨੇ ਆਪਣੇ ਜਥੇਦਾਰ ਥਾਪੇ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਜਥੇਦਾਰ ਥਾਪੇ ਸਨ। ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਇੱਕ ਜਥੇਦਾਰ ਹੋਏ ਆ ਗਿਆਨੀ ਬਲਵੀਰ ਸਿੰਘ, ਤੇ ਜਿਹੜੇ ਖਾੜਕੂ ਧਿਰਾਂ ਨੇ ਉਸ ਵੇਲੇ ਜਥੇਦਾਰ ਥਾਪੇ ਸੀਗੇ, ਉਹ ਸੀਗੇ ਗਿਆਨੀ ਸਵਿੰਦਰ ਸਿੰਘ। ਤੇ ਉਹਨਾਂ ਦੇ ਵੇਲੇ ਟਕਰਾਅ ਜਿਹੜਾ ਬਹੁਤ ਚੱਲ ਰਿਹਾ ਸੀ, ਕਿਉਂਕਿ ਹਿੰਸਕ ਦੌਰ ਸੀਗਾ। ਉਹ ਗਿਆਨੀ ਬਲਵੀਰ ਸਿੰਘ ਨੂੰ ਬਾਰ-ਬਾਰ ਕਿਹਾ ਗਿਆ ਕਿ ਤੁਸੀਂ ਆਪਣੀ ਜਿਹੜੀ ਆ ਜਥੇਦਾਰੀ ਜਿਹੜੀ ਵਿਡਰਾ ਕਰ ਲਓ, ਤੁਸੀਂ ਘਰੇ ਬਹਿ ਜਾਓ। ਪਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਥਾਪਿਆ ਸੀ। ਉਹਨਾਂ ਨੂੰ 2-3 ਵਾਰ ਉਹਨਾਂ ਤੇ ਹਮਲੇ ਵੀ ਹੋਏ। ਉਹਨਾਂ ਤੋਂ ਜਿਹੜੀ ਸੁਰੱਖਿਆ, ਪੁਲਿਸ ਦੀ ਸੁਰੱਖਿਆ ਜਥੇਦਾਰਾਂ ਨੂੰ ਦੇਣ ਦੀ ਜਿਹੜੀ ਪਰਪਾਟੀ ਉਦੋਂ ਸ਼ੁਰੂ ਹੋਈ, ਉਹਨਾਂ ਨੂੰ ਸੁਰੱਖਿਆ ਵੀ ਦਿੱਤੀ ਗਈ। ਇਸ ਦੇ ਬਾਵਜੂਦ ਉਹਨਾਂ ਦਾ ਜਿਹੜਾ ਉਹ ਖਾੜਕੂਆਂ ਦੇ ਭੇਸ ਹਥਿਆਰਬੰਦ ਵਿਅਕਤੀਆਂ ਨੇ ਮੋਰਿੰਡੇ ਲਾਗੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ 99 ਚ ਅਕਤੂਬਰ 1999 ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਨੂੰ ਤਖਤ ਕੇਸਗੜ੍ਹ ਸਾਹਿਬ ਦਾ, ਆਨੰਦਪੁਰ ਸਾਹਿਬ ਦਾ ਜਥੇਦਾਰ ਥਾਪਿਆ ਜਾਂਦਾ। ਸਰਕਾਰ ਉਹਨਾਂ ਲਈ ਮੁਲਾਜ਼ਮ ਭੇਜਦੀ ਆ, ਪਰ ਉਹ ਇਹ ਗੱਲ ਕਹਿ ਕੇ ਆਪਣੀ ਸੁਰੱਖਿਆ ਦੀ ਗਾਰਦ ਨੂੰ ਵਾਪਸ ਭੇਜ ਦਿੰਦੇ ਆ ਕਿ ਜਿਹੜੀ ਸਰਕਾਰ ਦੀ ਪੁਲਿਸ ਨੇ ਦੇ ਹੱਥ ਸਾਡੇ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਆ, ਉਸ ਸਰਕਾਰ ਦੀ ਪੁਲਿਸ ਦੀ ਮੈਂ ਸੁਰੱਖਿਆ ਨਹੀਂ ਲਵਾਂਗਾ। ਉਹਨਾਂ ਨੇ ਸੁਰੱਖਿਆ ਵਾਪਸ ਕਰ ਦਿੱਤੀ ਸੀ। ਫਿਰ ਉਸ ਤੋਂ ਬਾਅਦ ਉਸ ਵੇਲੇ ਜਦੋਂ ਗਿਆਨੀ ਪ੍ਰੋਫੈਸਰ ਮਨਜੀਤ ਸਿੰਘ ਨੇ ਸੁਰੱਖਿਆ ਵਾਪਸ ਕੀਤੀ, ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਸੀ ਪ੍ਰੋਫੈਸਰ ਦਰਸ਼ਨ ਸਿੰਘ। ਪ੍ਰੋਫੈਸਰ ਦਰਸ਼ਨ ਸਿੰਘ ਕੋਲ ਵੀ ਉਸ ਵੇਲੇ ਪੁਲਿਸ ਦੀ ਸੁਰੱਖਿਆ ਸੀ, ਕਿਉਂਕਿ ਖਾੜਕੂਵਾਦ ਦਾ ਦੌਰ ਸੀ। ਪਤਾ ਨਹੀਂ ਸੀ ਲੱਗਦਾ ਕਿਹੜੇ ਵੇਲੇ ਕਿਹੜੇ ਬੰਦੇ ਦਾ ਕਤਲ ਹੋ ਜਾਣਾ। ਆਪੋ ਧਾਪੀ ਵੀ ਪੰਥਕ ਜਾਂ ਖਾੜਕੂ ਧਿਰਾਂ ਦੇ ਵਿੱਚ ਇੰਨੀ ਬਣੀ ਹੋਈ ਸੀ। ਸੋ ਉਸ ਤੋਂ ਬਾਅਦ 1998 ਦੇ ਵਿੱਚ ਬਾਦਲ ਟੋੜਾ ਦੇ ਵਿੱਚ ਵਿਵਾਦ ਪੈਦਾ ਹੁੰਦਾ ਆ। ਜਦੋਂ ਵਿਵਾਦ ਸ਼ੁਰੂ ਹੁੰਦਾ ਆ ਤਾਂ ਉਸ ਵਿਵਾਦ ਦੇ ਆਪਸ ਦੇ ਵਿੱਚ ਜਿਹੜਾ ਟੋੜਾ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰਧਾਨ ਆ ਤੇ ਮੁੱਖ ਮੰਤਰੀ ਵੀ ਆ, ਵੀ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ, ਕਿਉਂਕਿ ਇਹਦੇ ਨਾਲ ਉਹ ਦੋਨਾਂ ਅਹੁਦਿਆਂ ਨਾਲ ਇਨਸਾਫ ਨਹੀਂ ਕਰ ਪਾ ਰਹੇ। ਔਰ ਰਵਾਇਤ ਵੀ ਇਹੀ ਕਹਿੰਦੀ ਰਹੀ ਆ ਕਿ ਪਿਛਲੇ ਸਮੇਂ ਤੋਂ ਵੀ
ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਉਹ ਜਿਹੜੇ ਵੱਖਰੇ ਹੁੰਦੇ ਰਹੇ ਆ ਤੇ ਮੁੱਖ ਮੰਤਰੀ ਵੱਖਰੇ ਹੁੰਦੇ ਰਹੇ। ਪਰ ਇਸੇ ਵਿਵਾਦ ਦੇ ਸਿੱਟੇ ਵਜੋਂ ਕੀ ਹੋਇਆ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤਕਰਾਰਬਾਜ਼ੀ, ਬਿਆਨਬਾਜ਼ੀ ਸ਼ੁਰੂ ਹੋ ਗਈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ 1999 ਦੇ ਵਿੱਚ ਖਾਲਸਾ ਪੰਥ ਦੀ ਤ੍ਰੈ ਸ਼ਤਾਬਦੀ ਜਿਹੜੀ ਮਨਾਈ ਜਾਣੀ ਸੀ ਸਾਜਨਾ ਦੀ, ਉਸ ਦੇ ਮੱਦੇਨਜ਼ਰ ਭਾਈ ਰਣਜੀਤ ਸਿੰਘ ਨੇ ਇੱਕ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਸੀ ਕਿ 13 ਅਪ੍ਰੈਲ 1999 ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਆ ਆਪਣੀ ਬਿਆਨਬਾਜ਼ੀ ਬੰਦ ਕਰਨ। ਪਰ ਇਸ ਦੇ ਨਤੀਜੇ ਵਜੋਂ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਬਹੁ ਗਿਣਤੀ 'ਚ ਸੀ, ਉਹਨਾਂ ਨੇ ਟੌੜਾ ਸਾਹਿਬ ਨੂੰ ਵੀ ਪਾਸੇ ਕਰ ਦਿੱਤਾ ਤੇ ਭਾਈ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਦੀ ਜਥੇਦਾਰੀ ਤੋਂ ਲਾ ਕੇ ਉਹਨਾਂ ਨੇ ਅਕਾਲ ਤਖਤ ਦਾ ਜਥੇਦਾਰ ਗਿਆਨੀ ਪੂਰਨ ਸਿੰਘ ਨੂੰ ਬਣਾ ਦਿੱਤਾ। ਜਦੋਂ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਬਣਾਇਆ, ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸੀਗੀ, ਉਹਨਾਂ ਨੇ ਗਿਆਨੀ ਪੂਰਨ ਸਿੰਘ ਨੂੰ ਇਸ ਵਿਵਾਦ ਦੇ ਮੱਦੇਨਜ਼ਰ ਉਹਨਾਂ ਨੇ ਉਹਨੂੰ ਜਥੇਦਾਰ ਵਜੋਂ ਇੱਕ ਸੁਰੱਖਿਆ ਦੇ ਦਿੱਤੀ, ਕਿਉਂਕਿ ਪੰਥ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਭਾਈ ਰਣਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਵੱਲੋਂ ਜਥੇਦਾਰੀ ਤੋਂ ਲਾਉਣ ਦੇ ਬਾਵਜੂਦ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਮੰਨਦਾ ਸੀ, ਜਿਹਦੇ ਵਿੱਚ ਵਿਦੇਸ਼ੀ ਜਥੇਬੰਦੀਆਂ ਸੰਸਥਾਵਾਂ ਵੀ ਸ਼ਾਮਲ ਸੀ, ਜਿਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਾਨੀ ਖਤਰੇ ਦੇ ਮੱਦੇਨਜ਼ਰ ਜਿਹੜਾ ਉਹਨਾਂ ਨੂੰ ਸੁਰੱਖਿਆ ਦੇ ਦਿੱਤੀ ਗਈ। ਬੁੱਟਰ ਸਾਹਿਬ, ਭਾਈ ਰਣਜੀਤ ਸਿੰਘ को ਸਿਕਿਉਰਿਟੀ ਦਿੱਤੀ ਸੀ ਪੰਜਾਬ ਸਰਕਾਰ ਨੇ ਜੀ? ਨਹੀਂ, ਭਾਈ ਰਣਜੀਤ ਸਿੰਘ ਕੋਲ ਕੋਈ ਸੁਰੱਖਿਆ ਨਹੀਂ ਸੀ ਹੈਗੀ, ਉਹਨਾਂ ਕੋਲ ਆਪਣੇ ਗਿਆਨੀ ਪੂਰਨ ਸਿੰਘ ਨੂੰ ਡਰ ਦੇ ਮਾਹੌਲ 'ਚ ਦਿੱਤੀ ਗਈ ਸਿਕਿਉਰਿਟੀ। ਹਾਂ, ਕਿਉਂਕਿ ਉਹਨਾਂ ਨੂੰ ਵਿਦੇਸ਼ਾਂ ਤੋਂ ਵੀ ਜਿਹੜਾ ਭਾਈ ਰਣਜੀਤ ਸਿੰਘ ਨੂੰ, ਕਿਉਂਕਿ ਲੋਕ ਜਿਹੜੇ ਆ ਭਾਈ ਰਣਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਜਥੇਦਾਰੀ ਤੋਂ ਲਾਹੇ ਜਾਣ ਦੇ ਬਾਵਜੂਦ ਵੱਡਾ ਹਿੱਸਾ ਜਿਹੜਾ ਪੰਥ ਦਾ ਉਹ ਭਾਈ ਰਣਜੀਤ ਸਿੰਘ ਦੀ ਪਿੱਠ ਤੇ ਖੜਾ ਹੋ ਗਿਆ ਸੀ ਵੀ ਅਸੀਂ ਇਹਨੂੰ ਜਥੇਦਾਰ ਮੰਨਦੇ ਆ ਤੇ ਇਹੀ ਜਥੇਦਾਰ, ਜਿਸ ਦੇ ਮੱਦੇਨਜ਼ਰ ਕਿ ਕਿਸੇ ਤਰ੍ਹਾਂ ਦੇ ਸੰਭਾਵੀ ਟਕਰਾਅ ਜਾਂ ਗਿਆਨੀ ਪੂਰਨ ਸਿੰਘ ਤੇ ਕਿਸੇ ਤਰ੍ਹਾਂ ਦੇ ਕੋਈ ਹਮਲਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਥ੍ਰੈਟ ਦੇ ਮੱਦੇਨਜ਼ਰ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ, ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਅਕਾਲੀ ਦਲ ਨੇ ਉਹਨਾਂ ਨੂੰ ਵੱਡੀ ਪੱਧਰ ਤੇ ਸੁਰੱਖਿਆ ਜਿਹੜੀ ਆ ਉਹ ਦੇ ਦਿੱਤੀ। ਉਸ ਤੋਂ ਬਾਅਦ ਉਹ ਸੁਰੱਖਿਆ ਜਿਹੜਾ ਵਾ ਇੱਕ ਰਵਾਇਤ ਚੱਲ ਪਈ ਕਿ ਉਸ ਤੋਂ ਬਾਅਦ ਜਥੇਦਾਰ ਜੋਗਿੰਦਰ ਸਿੰਘ ਵਿਦੰਤੀ ਆਏ, ਉਹਨਾਂ ਨੂੰ ਵੀ ਸੁਰੱਖਿਆ ਮਿਲ ਗਈ। ਫਿਰ ਗਿਆਨੀ ਜਿਹੜੇ ਆ ਆਪਣਾ ਗੁਰਬਚਨ ਸਿੰਘ ਆਏ, ਉਹਨਾਂ ਨੂੰ ਵੀ ਮਿਲ ਗਈ। ਪਰ ਜਦੋਂ ਸਤੰਬਰ ਅਕਤੂਬਰ 2015 ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦੀ ਜਿਹੜੀ ਅਕਾਲ ਤਖਤ ਤੋਂ ਮਾਫੀ ਦੇਣ ਦੀ ਘਟਨਾ ਵਾਪਰਦੀ ਆ, ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋ ਗਏ, ਪੰਥ ਦੇ ਵਿੱਚ ਇੱਕ ਵੱਡਾ ਵਿਰੋਧ ਖੜਾ ਹੋ ਗਿਆ ਜਥੇਦਾਰਾਂ ਦਾ, ਤੇ ਉਸ ਦੇ ਮੱਦੇਨਜ਼ਰ ਜਥੇਦਾਰਾਂ ਨੂੰ ਡੇਰਾ ਮੁਖੀ ਨੂੰ ਦਿੱਤੀ ਮਾਫੀ ਤਾਂ ਵਾਪਸ ਲੈਣੀ ਪਈ, ਪਰ ਉਦੋਂ ਵੀ ਅਕਾਲੀ ਸਰਕਾਰ ਸੀ। ਅਕਾਲੀ ਦਲ ਨੇ ਜਿਹੜਾ ਉਹਨਾਂ ਨੂੰ ਗਿਆਨੀ ਜਿਹੜੇ ਗੁਰਬਚਨ ਸਿੰਘ ਸੀਗੇ ਉਹਨਾਂ ਨੂੰ ਤੇ ਉਹਨਾਂ ਦੇ ਸਮੇਤ ਜਿਹੜੇ ਬਾਕੀ ਜਥੇਦਾਰ ਸੀ ਜਿਹੜੇ ਉਸ ਗੁਰਮਤੇ ਦੇ ਵਿੱਚ ਸ਼ਾਮਲ ਸੀਗੇ, ਜਿਹਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ, ਉਹਨਾਂ ਸਾਰੇ ਜਥੇਦਾਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਾਇਲਟ ਜਿਪਸੀਆਂ ਔਰ ਸੁਰੱਖਿਆ ਦੇ ਦਿੱਤੀ ਗਈ, ਕਿਉਂਕਿ ਉਸ ਤੋਂ ਬਾਅਦ ਜਿਹੜਾ ਸੈਂਟਰ ਸਰਕਾਰ ਦੀਆਂ ਜਿਹੜੀਆਂ ਸੂਈਆ ਏਜੰਸੀਆਂ ਆ ਉਹਨਾਂ ਨੇ ਵੀ ਰਿਪੋਰਟਾਂ ਦਿੱਤੀਆਂ ਸੀ ਕਿ ਇਹਨਾਂ ਜਥੇਦਾਰਾਂ ਨੂੰ ਜਿਹੜਾ ਖਾਲਿਸਤਾਨੀ ਧਿਰਾਂ ਜਾਂ ਕਿਸੇ ਵੀ ਗਰਮ ਖਿਆਲੀ ਧਿਰਾਂ ਤੋਂ ਖਤਰਾ ਹੋ ਸਕਦਾ। ਉਸ ਦੇ ਮੱਦੇਨਜ਼ਰ ਕੁਝ ਸਮਾਂ ਜਥੇਦਾਰਾਂ ਕੋਲ ਜਿਹੜਾ ਸੈਂਟਰ ਦੀਆਂ CRP ਜਾਂ ਸੈਂਟਰ ਦੀਆਂ ਜਿਹੜੀਆਂ ਸੁਰੱਖਿਆ ਜਿਹੜੀਆਂ ਹੈਗੀਆਂ ਆ ਉਹ ਛਤਰੀਆਂ ਵੀ ਰਹੀਆਂ, ਉਹਨਾਂ ਦੇ ਮੁਲਾਜ਼ਮ ਵੀ ਰਹੇ, CRP ਦੇ ਜਾਂ ਹੋਰ ਜਿਹੜੇ ਇਹਦੇ ਨਾਲ ਸੰਬੰਧਿਤ ਉਹ ਵੀ ਰਹੇ। ਪਰ ਜਦੋਂ ਉਹਨਾਂ ਨੂੰ ਸੰਯੋਗ ਵਸ ਹੌਲੀ ਹੌਲੀ ਜਿਹੜਾ ਉਹ ਜਥੇਦਾਰ ਜਿਹੜੇ ਸੇਵਾ ਮੁਕਤ ਹੁੰਦੇ ਗਏ, ਗਿਆਨੀ ਗੁਰਬਚਨ ਸਿੰਘ ਵੀ ਹੋ ਗਏ, ਗਿਆਨੀ ਜਿਹੜੇ ਸੀਗੇ ਦਮਦਮਾ ਸਾਹਿਬ ਦੇ ਜਥੇਦਾਰ ਗੁਰਮੁਖ ਸਿੰਘ ਵੀ ਹੋ ਗਏ, ਔਰ ਆਨੰਦਪੁਰ ਸਾਹਿਬ ਦੇ ਜਿਹੜੇ ਜਥੇਦਾਰ ਸੀਗੇ ਗਿਆਨੀ ਮੱਲ ਸਿੰਘ, ਉਹ ਅਕਾਲ ਚਲਾਣਾ ਕਰ ਗਏ। ਉਸ ਤੋਂ ਬਾਅਦ ਜਿਹੜੇ ਨਵੇਂ ਜਥੇਦਾਰ ਸੀਗੇ ਉਹਦੇ ਨਾਲੋਂ ਸੈਂਟਰ ਦੀਆਂ ਏਜੰਸੀਆਂ ਨੇ ਆਪਣੇ ਜਿਹੜੇ ਗਨਮੈਨ ਦਿੱਤੇ ਸੀਗੇ ਉਹ ਸੈਂਟਰ ਦੀਆਂ ਏਜੰਸੀਆਂ ਦੇ ਮੱਦੇਨਜ਼ਰ ਉਹਨਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸੁਰੱਖਿਆ ਲਈ ਦਿੱਤੇ ਸੀਗੇ, ਉਹ ਵਾਪਸ ਲੈ ਲਏ ਗਏ। ਪਰ ਪੰਜਾਬ ਪੁਲਿਸ ਦੀ ਜਿਹੜੀ ਸੁਰੱਖਿਆ ਛਤਰੀ ਆ ਉਹ ਬਹਾਲ ਰਹੀ। ਬੁੱਟਰ ਸਾਹਿਬ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਆ ਉਦੋਂ ਜਿਹੜੇ ਜਥੇਦਾਰ ਸਾਹਿਬ ਨੇ, ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਕੇਸਗੜ੍ਹ ਸਾਹਿਬ ਦੇ ਜਾਂ ਦਮਦਮਾ ਸਾਹਿਬ ਦੇ, ਉਹਨਾਂ ਜਥੇਦਾਰਾਂ ਕੋਲੋਂ ਸਿਕਿਉਰਿਟੀ ਰਹੀ ਹੈ ਜਦ ਕਾਂਗਰਸ ਸਰਕਾਰ ਸੀ ਜੀ? ਨਹੀਂ, ਕਿਸੇ ਨੇ ਸੁਰੱਖਿਆ ਨਹੀਂ ਲਈ। ਉਹਦਾ ਪੱਖ ਇਹ ਆ, ਦੂਸਰਾ ਪੱਖ ਇਹ ਵੀ ਆ ਕਿ ਜਿਹੜੇ ਜਥੇਦਾਰ ਆ ਤਖਤਾਂ ਦੇ, ਸਿੱਖ ਪਰੰਪਰਾ ਦੇ ਇਹਨਾਂ ਨੂੰ ਸਰਵਉੱਚ ਮੰਨਿਆ ਜਾਂਦਾ ਔਰ ਇਹ ਸਰਵ ਸਾਂਝੇ ਵੀ ਆ, ਔਰ ਇਹਨਾਂ ਨੇ ਅੱਜ ਤੱਕ ਕਿਸੇ ਵੀ ਜਥੇਦਾਰ ਨੇ ਔਨ ਰਿਕਾਰਡ ਗੱਲ ਆ, ਕਿਸੇ ਵੀ ਜਥੇਦਾਰ ਨੇ ਕਦੇ ਵੀ
ਲਿਖ ਕੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਲਿਖਤੀ ਤੌਰ ਤੇ ਸੁਰੱਖਿਆ ਦੀ ਮੰਗ ਨਹੀਂ ਕੀਤੀ। ਹਾਂ, ਇਹ ਵੱਖਰੀ ਗੱਲ ਆ ਕਿ ਸੈਂਟਰ ਦੀਆਂ ਏਜੰਸੀਆਂ ਜਾਂ ਪੰਜਾਬ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਆ ਜਾਂ ਸਰਕਾਰ ਦੀਆਂ ਜਿਹੜੀਆਂ ਸੁਰੱਖਿਆ ਨਾਲ ਸੰਬੰਧਿਤ ਜਿਹੜੀ ਸਰਕਾਰ ਦਾ ਮਹਿਕਮਾ ਆ, ਉਹਨਾਂ ਦੀਆਂ ਰਿਪੋਰਟਾਂ ਦੇ ਕਾਰਨ ਤਾਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਰਹੀ, ਪਰ ਕਦੇ ਵੀ ਕਿਸੇ ਜਥੇਦਾਰ ਨੇ ਲਿਖ ਕੇ ਨਹੀਂ ਕਿਹਾ ਕਿ ਮੈਨੂੰ ਸੁਰੱਖਿਆ ਦਿਓ। ਔਰ ਇਹਦਾ ਕਾਰਨ ਇਹ ਵੀ ਆ ਕਿ ਇਹ ਮੰਨਿਆ ਜਾਂਦਾ ਆ, ਇੱਕ ਪਰੰਪਰਾ ਆ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਦੂਜੇ ਤਖਤਾਂ ਦੇ ਜਥੇਦਾਰ ਉਹ ਸਰਬ ਸਾਂਝੇ ਹੁੰਦੇ ਆ। ਸਰਕਾਰਾਂ ਉਹਨਾਂ ਨੂੰ ਸਨਮਾਨ ਵਜੋਂ, ਉਹਨਾਂ ਦੇ ਜਿਹੜੇ ਆ ਖਿਦਮਤ ਵਜੋਂ ਉਹਨਾਂ ਨੂੰ ਸੁਰੱਖਿਆ ਦੇ ਦਿੰਦੀ ਆ। ਇਹੀ ਕਾਰਨ ਆ ਕਿ ਜਦੋਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਮੇਂ ਲੋਕ ਕਾਹਲੀ ਦੇ ਵਿੱਚ ਲਏ ਫੈਸਲੇ ਕਾਰਨ ਜਿਹੜਾ ਉਹਨਾਂ ਦੀ ਸੁਰੱਖਿਆ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ, ਤਾਂ ਜਥੇਦਾਰਾਂ ਨੇ ਇਸੇ ਕਾਰਨ ਹੀ ਆਪਣੀ ਸਾਰੀ ਸੁਰੱਖਿਆ ਵਾਪਸ ਕਰਤੀ, ਕਿਉਂਕਿ ਜਿਹੜਾ ਸਨਮਾਨ ਬੁੱਟਰ ਸਾਹਿਬ ਇਹਨੂੰ ਕਾਲੀ ਦੇ ਨਾਲ ਲਿਆ ਫੈਸਲਾ ਮੰਨਦੇ ਹੋ ਕਿ ਜਾਂ ਇਸ ਪਿੱਛੇ ਕੋਈ ਨਾ ਕੋਈ ਹੋਰ ਵੀ ਵਜ੍ਹਾ ਹੈ? ਦੇਖੋ, ਇਹਦੇ ਕਈ ਕਾਰਨ ਹੋ ਸਕਦੇ ਆ ਕਿ ਪਰ ਕਾਲੀ ਵਾਲਾ ਫੈਸਲਾ ਮੈਂ ਤਾਂ ਕਹਿ ਰਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਤੁਸੀਂ ਨੋਟ ਕਰੋ ਬਹੁਤ ਸਾਰੇ ਫੈਸਲੇ ਲੈ ਕੇ ਵਾਪਸ ਲੈ ਜਾਂਦੇ। ਉਹਦਾ ਕਾਰਨ ਕੀ ਆ? ਇਹੀ ਕਾਰਨ ਹੈ ਕਿ ਸਰਕਾਰ ਕਿਤੇ ਨਾ ਕਿਤੇ ਆਪਣੇ ਸਲਾਹਕਾਰ ਜਿਹੜੇ ਉਹਦੇ ਆ ਉਹ ਉਹਨਾਂ ਨੂੰ ਸਹੀ ਸਲਾਹ ਨਹੀਂ ਦੇ ਪਾਉਂਦੇ, ਸਾਰੇ ਪੱਖਾਂ ਨੂੰ ਵਿਚਾਰ ਨਹੀਂ ਸਕਦੇ। ਉਹਦੇ ਤੇ ਸਾਰੇ ਸਮੁੱਚੇ ਪੱਖਾਂ ਤੇ ਵਿਚਾਰਨ ਤੋਂ ਬਾਅਦ ਹੀ ਸਰਕਾਰ ਨੂੰ ਕੋਈ ਫੈਸਲਾ ਲੈਣਾ ਚਾਹੀਦਾ। ਪਰ ਇੱਥੋਂ ਇਹ ਜਾਪਦਾ ਕਿ ਸਰਕਾਰ ਕੋਈ ਵੀ ਫੈਸਲਾ ਲੈਂਦੀ ਆ ਉਹ ਬਹੁਤ ਗੰਭੀਰਤਾ ਨਾਲ ਸਮੁੱਚੇ ਪੱਖਾਂ ਤੇ ਸਮੀਖਿਆ ਕਰਨ ਤੋਂ ਬਗੈਰ ਲੈਂਦੀ, ਜਿਸ ਕਰਕੇ ਉਹਨੂੰ ਫੇਰ ਜਿਹੜਾ ਯੂ ਟਰਨ ਲੈਣਾ ਪੈਂਦਾ। ਪਰ ਅਕਾਲ ਤਖਤ ਦੇ ਜਥੇਦਾਰ ਜਾਂ ਆਨੰਦਪੁਰ ਸਾਹਿਬ ਦੇ ਜਥੇਦਾਰ ਜਿਨ੍ਹਾਂ ਦੀ ਅੱਜ ਸੁਰੱਖਿਆ 'ਚ ਕਟੌਤੀ ਦਾ ਫੈਸਲਾ ਕੀਤਾ ਗਿਆ ਸੀ, ਔਰ ਉਹਨਾਂ ਨੇ ਇਸੇ ਕਾਰਨ ਹੀ ਆਪਣੀ ਸਾਰੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕੀਤਾ ਕਿ ਉਹ ਕਿਸੇ ਦੁਨਿਆਵੀ ਸਰਕਾਰ ਦੀ ਸੁਰੱਖਿਆ ਦੇ ਮੁਤਾਜ ਨਹੀਂ। ਇਹ ਵੱਖਰੀ ਗੱਲ ਹੈ ਕਿ ਸਨਮਾਨ ਵਜੋਂ ਚਾਹੇ ਕੈਪਟਨ ਅਮਰਿੰਦਰ ਸਿੰਘ ਸੀਗੇ, ਉਹ ਕਾਂਗਰਸੀ ਮੁੱਖ ਮੰਤਰੀ ਸੀ, ਪਰ ਇੱਕ ਸਿੱਖ ਕੌਮ ਦੀ ਸਰਵਉੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੰਨੇ ਜਾਂਦੇ ਆ। ਉਹ ਹਰ ਥਾਂ ਜਾਂਦੇ ਆ ਕਿਉਂਕਿ ਸਾਰੀ ਸਿੱਖਾਂ ਦੀ ਕੌਮ ਦੀ ਨੁਮਾਇੰਦਗੀ ਕਰਦੇ ਆ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮਾਤਾ ਚੜ੍ਹਾਈ ਕੀਤੀ ਸੀ, ਉਦੋਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੇ ਘਰ ਗਏ ਸੀ। ਜਦੋਂ ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਪੰਜਾਬ ਦੇ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੱਦਾ ਦੇਣ ਗਏ ਸੀ ਆਪਣੇ ਪੁੱਤਰ ਦੇ ਵਿਆਹ ਤੇ ਜਥੇਦਾਰ ਸਾਹਿਬ ਜਿਹੜੇ ਉਹਦੇ ਪੁੱਤਰ ਦੇ ਵਿਆਹ ਤੇ ਗਏ ਸੀ। ਸੋ ਕਹਿਣ ਦਾ ਭਾਵ ਆ ਕਿ ਅਕਾਲ ਤਖਤ ਦਾ ਜਥੇਦਾਰ ਸਾਰੀ ਕੌਮ ਦਾ ਸਾਂਝਾ, ਉਹ ਨਾ ਕਾਂਗਰਸ ਦਾ, ਨਾ ਅਕਾਲੀ ਦਲ ਦਾ, ਨਾ ਬੀਜੇਪੀ। ਸਰਕਾਰ ਹੁਣ ਆਪਣੀ ਭੁੱਲ ਬਖਸ਼ਾ ਰਹੀ ਹੈ। ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਨੂੰ ਤੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸਿਕਿਉਰਿਟੀ ਰੱਖ ਲੈਣੀ ਚਾਹੀਦੀ ਹੈ ਕਿ ਜਾਂ ਇਹ ਕਹਿਣ ਕਿ ਹੁਣ ਜਥੇਦਾਰ ਸਾਹਿਬ ਵੀ ਆਪਣੀ ਜਿੱਦ ਤੇ ਆ ਗਏ ਨੇ? ਦੇਖੋ, ਭੁੱਲਰ ਸਾਹਿਬ ਬਤੌਰ ਹੋਈ ਆ ਉਸ ਚੇਅਰ ਦੀ। ਦੇਖੋ ਭੁੱਲਰ ਸਾਹਿਬ, ਦੇਖੋ ਬਤੌਰ ਸਿੱਖ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਕੋਈ ਸੁਝਾਅ, ਸਲਾਹ ਜਾਂ ਨਸੀਹਤ ਨਹੀਂ ਦੇ ਸਕਦੇ। ਠੀਕ ਹੈ ਜੀ, ਉਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਆ ਉਹ ਪ੍ਰਭੂ ਸੱਤਾ ਆ ਅਕਾਲ ਤਖਤ ਦੇ ਜਥੇਦਾਰ ਵਜੋਂ, ਇਹ ਉਹਨਾਂ ਦੀ ਮਰਜ਼ੀ ਆ। ਪਰ ਜੇ ਇੱਕ ਵਿਚਾਰਕ ਪੱਖ ਵੀ ਵੇਖਿਆ ਜਾਵੇ, ਜਿੰਨਾ ਸਰਵਉੱਚ ਔਰ ਸਰਬ ਸਾਂਝਾ ਜਿਹੜਾ ਉਹ ਜਥੇਦਾਰ ਦੀ ਪਦਵੀ ਹੁੰਦੀ ਆ, ਉਹਦੀ ਜਿਹੜੀ ਆ ਉਹ ਸਰਕਾਰ ਨੇ ਜਿੱਡੀ ਗਲਤੀ ਕਰ ਦਿੱਤੀ ਆ ਕਿ ਉਹਨਾਂ ਦੀ ਸੁਰੱਖਿਆ ਇੱਕਦਮ ਵਾਪਸ ਲੈ ਲਈ। ਔਰ ਫਿਰ ਜਦੋਂ ਪਤਾ ਲੱਗਾ ਵੀ ਇਹਦਾ ਕਿੰਨਾ ਗੰਭੀਰ ਅਸਰ ਮਨੋਵਿਗਿਆਨਕ ਤੌਰ ਤੇ ਵੀ ਜਾ ਰਿਹਾ, ਉਹ ਧਾਰਮਿਕ ਰਾਜਨੀਤਿਕ ਤੌਰ ਤੇ ਵੀ ਜਾ ਰਿਹਾ, ਉਹਨੇ ਉਹ ਫੈਸਲਾ ਵਾਪਸ ਲੈ ਲਿਆ। ਪਰ ਗਲਤੀ ਤਾਂ ਗਲਤੀ ਹੈ ਨਾ। ਅਕਾਲ ਤਖਤ ਦੇ ਜਥੇਦਾਰ ਦੀ ਇੱਕ ਵਾਰ ਤੋਹੀਨ ਜਿਹੜੀ ਉਹ ਇਕੱਲੇ ਜਥੇਦਾਰ ਦੀ ਜਾਂ ਗਿਆਨੀ ਹਰਪ੍ਰੀਤ ਸਿੰਘ ਦੀ ਤੋਹੀਨ ਨਹੀਂ ਆ, ਉਹ ਅਕਾਲ ਦੇ ਤਖਤ ਸਿੱਖਾਂ ਦੇ ਜਿਹੜੇ 5 ਤਖਤ ਨੇ ਸਰਵਉੱਚ, ਉਹਨਾਂ ਦੇ ਵਿੱਚੋਂ ਅਕਾਲ ਤਖਤ ਆ, ਉਹਨਾਂ ਦੀ ਤੋਹੀਨ ਆ, ਤਖਤ ਦੀ ਤੋਹੀਨ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਥੇਦਾਰ ਦਾ ਆਪਣਾ ਨਿੱਜੀ ਫੈਸਲਾ ਆ, ਉਹਨਾਂ ਨੂੰ ਕੋਈ ਨਾ ਤੇ ਸਲਾਹ ਦੇ ਸਕਦਾ, ਨਾ ਹੀ ਕੋਈ ਉਹਨਾਂ ਨੂੰ। ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਦੀ ਵੀ ਸਿਕਿਉਰਿਟੀ ਵਾਪਸ ਲੈ ਲਈ ਗਈ, ਫਿਰ ਵਾਪਸ ਦਿੱਤੀ ਗਈ ਹੈਗੀ ਆ। ਜਦੋਂ ਡੇਰਾ ਉਹਨਾਂ ਤੇ ਸਿਕਿਉਰਿਟੀ ਵਾਪਸ ਲੈਣ ਦੇ ਨਾਲ ਫਿਰ ਸਰਕਾਰ ਵੱਲੋਂ ਫਿਰ ਸਿਕਿਉਰਿਟੀ ਬਹਾਲ ਕਰ ਦੇਣਾ, ਉਦੋਂ ਰੌਲਾ ਨਹੀਂ ਪੈਂਦਾ, ਉਦੋਂ ਮੁੱਦਾ ਨਹੀਂ ਬਣਦਾ। ਲੇਕਿਨ ਜਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਆ, ਫਿਰ ਬਹਾਲ ਕੀਤੀ ਜਾਂਦੀ ਆ, ਉਹ ਮੁੱਦਾ ਬਣ ਗਿਆ। ਦੇਖੋ ਭੁੱਲਰ ਸਾਹਿਬ, ਜਿਹੜੇ ਰਾਧਾ ਸਵਾਮੀ ਡੇਰੇ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ, ਉਹ ਇੱਕ ਸੰਪਰਦਾ ਕਹਿ ਲੋ ਜਾਂ ਇੱਕ ਮਤਲਬ ਬਹੁਤ ਛੋਟਾ ਸਮੂਹ ਹੈ ਉਹਨਾਂ ਦਾ। ਜਿਹੜਾ ਅਕਾਲ ਤਖਤ ਆ, ਅਕਾਲ ਤਖਤ ਬਹੁਤ ਵਿਆਪਕ ਆ। ਇੱਥੋਂ ਤੱਕ ਕਿ ਰਾਧਾ ਸਵਾਮੀ ਡੇਰੇ ਵਾਲੇ, ਚਾਹੇ ਉਹਨਾਂ ਨੂੰ ਪੰਥ ਦਾ ਹਿੱਸਾ ਨਹੀਂ ਵੀ ਮੰਨਿਆ ਜਾਂਦਾ, ਪਰ ਉਹ ਵੀ ਗੁਰਿੰਦਰ ਸਿੰਘ ਢਿੱਲੋਂ ਵੀ ਅਕਾਲ ਤਖਤ ਦੀ ਸਰਵਉੱਚਤਾ ਕਬੂਲਦੇ ਆ, ਕਈ ਵਾਰ ਕਬੂਲ ਚੁੱਕੇ ਆ। ਉਹ ਹਰਮੰਦਰ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ ਬਤੌਰ ਇੱਕ ਸ਼ਰਧਾਵਾਨ ਵਜੋਂ। ਸੋ ਅਕਾਲ ਤਖਤ ਦੇ ਜਥੇਦਾਰ ਔਰ ਇੱਕ ਡੇਰੇ ਦੇ ਮੁਖੀ ਦੀ ਤੁਲਨਾ ਬਰਾਬਰ ਨਹੀਂ ਕੀਤੀ ਜਾ ਸਕਦੀ। ਗੁਰਿੰਦਰ ਸਿੰਘ ਢਿੱਲੋਂ ਦਾ ਆਪਣਾ ਨਿੱਜੀ ਫੈਸਲਾ, ਪਰ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਪਰੰਪਰਾ ਨੂੰ ਵੀ ਵੇਖਣਾ ਹੈ।
ਉਹਨੇ ਆਪਣਾ ਨਿੱਜੀ ਕੱਲਾ ਨਿੱਜਤਾ ਨੂੰ ਨਹੀਂ ਵੇਖਣਾ, ਉਹਨੇ ਆਪਣੀ ਮਰਜ਼ੀ ਨਹੀਂ ਵੇਖਣੀ। ਉਹਦੇ ਮਗਰ ਇੱਕ ਪਰੰਪਰਾ ਖੜੀ ਆ, ਇੱਕ ਜਨ ਸਮੂਹ ਦੀ ਇੱਕ ਵਿਚਾਰਧਾਰਾ, ਇੱਕ ਉਹਦੇ ਨਾਲ ਚੇਤਨਾ ਖੜੀ ਆ। ਸੋ ਉਹਨਾਂ ਨੇ ਸਾਰੇ ਕੁਝ ਦੇ ਮੱਦੇਨਜ਼ਰ ਹੀ ਕੋਈ ਫੈਸਲਾ ਲੈਣਾ। ਪਰ ਦੂਜੇ ਪਾਸੇ ਭੁੱਲਰ ਸਾਹਿਬ ਵੇਖੋ, ਸੁਰੱਖਿਆ 'ਚ ਕਟੌਤੀ ਦੇ ਇੱਕ ਪੱਖ ਨੂੰ ਵੇਖੀਏ, ਅਕਾਲ ਤਖਤ ਦੇ ਜਥੇਦਾਰ ਦੀ ਸੁਰੱਖਿਆ ਵਾਪਸ ਲੈ ਲਈ ਜਾਂਦੀ ਆ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਵਾਪਸ ਲੈ ਲਈ ਜਾਂਦੀ, ਚਾਹੇ ਡੇਰਾ ਰੂਮੀ ਵਾਲੇ ਬਾਬੇ ਦੀ ਵਾਪਸ ਲੈ ਲਈ ਜਾਂਦੀ, ਚਾਹੇ ਰਾਧਾ ਸਵਾਮੀ ਬਾਬੇ ਦੀ ਵਾਪਸ ਲੈ ਲਈ ਜਾਂਦੀ। ਪਰ ਇੱਕ ਵੇਖੋ ਪੱਖ ਕਿੱਡਾ ਵੱਡਾ, ਜੇਕਰ ਸਰਕਾਰ ਨੇ ਸੁਰੱਖਿਆ ਜਿਹੜੀ ਬੇਲੋੜੀ ਵਾਪਸ ਲੈਣੀ ਆ, ਸੱਚੀ ਮੁੱਚੀ ਉਹ ਸੰਜੀਦਾ ਆ ਜਾਂ ਉਹਨੂੰ ਜਾਪਦਾ ਆ ਕਿ ਕਿਤੇ ਨਾ ਕਿਤੇ ਬੇਲੋੜੀ ਥਾਂ ਤੇ ਸੁਰੱਖਿਆ ਆ, ਉਹਨੂੰ ਕੱਟ ਕੇ ਉਹਨੂੰ ਸਹੀ ਥਾਂ ਤੇ ਵਰਤਿਆ ਜਾਵੇ, ਤਾਂ ਕੀ ਉਹਨਾਂ ਡੇਰੇਦਾਰਾਂ ਜਾਂ ਉਹਨਾਂ ਆਪੇ ਬਣੇ ਅਖੌਤੀ ਕਿਸੇ ਵਰਗ ਦੇ ਜਾਂ ਕਿਸੇ ਵਿਸ਼ੇਸ਼ ਫਿਰਕੇ ਦੇ ਆਪੇ ਬਣੇ ਜਿਹੜੇ ਆਗੂ ਨੇ, ਜਿਹੜੇ ਨਿਤ ਦਿਨ ਵੱਖ-ਵੱਖ ਧਰਮਾਂ ਪ੍ਰਤੀ ਜ਼ਹਿਰ ਉਗਲਦੇ ਆ, ਫਿਰਕੂ ਨਫ਼ਰਤ ਪੈਦਾ ਕਰਦੇ ਆ, ਦੰਗੇ ਫਸਾਦ ਕਰਾਉਣ ਦਾ ਕਾਰਨ ਬਣਦੇ ਆ, ਜਾਂ ਫਿਰ ਸਮਾਜ ਦੇ ਵਿੱਚ ਅਸ਼ਾਂਤੀ ਫੈਲਾਉਂਦੇ ਆ, ਉਹਨਾਂ ਨੂੰ ਜਿਹੜੇ ਇੰਨੀ ਥੋਕ ਤੇ ਭਾਅ ਤੇ ਸਰਕਾਰਾਂ ਨੇ ਸੁਰੱਖਿਆ ਦਿੱਤੀ ਆ, 150 200 ਬੰਦਾ ਉਹਨਾਂ ਨੂੰ ਦਿੱਤਾ ਆ, ਔਰ ਉਹ ਬੰਦਿਆਂ ਨੇ ਇੱਕ ਟ੍ਰੈਂਡ ਬਣਾ ਲਿਆ ਕਿ ਕਿਸੇ ਧਰਮ ਦੇ ਖਿਲਾਫ, ਕਿਸੇ ਧਰਮ ਦੇ ਧਾਰਮਿਕ ਆਗੂ ਦੇ ਖਿਲਾਫ, ਕਿਸੇ ਧਰਮ ਦੀ ਧਾਰਮਿਕ ਆਸਥਾ ਦੇ ਖਿਲਾਫ ਬਿਆਨ ਦਿਓ, ਉਹਦੀ ਪਰੰਪਰਾ, ਇਤਿਹਾਸ, ਗ੍ਰੰਥ ਬਾਰੇ ਬਿਆਨ ਦਿਓ ਔਰ ਸੁਰੱਖਿਆ ਲੈ ਲਓ। ਸਰਕਾਰ ਉਧਰ ਕਿਉਂ ਨਹੀਂ ਜਾਂਦੀ? ਤੁਹਾਡੇ ਸਾਹਮਣੇ ਆ ਡੇਰਾ। ਸਾਡਾ ਮਤਲਬ ਜਿਹੜੇ ਸ਼ਿਵ ਸੈਨਾ ਵਾਲੇ ਆ, ਉਹ ਮੈਂ ਉਸ ਤੇ ਸਟੋਰੀ ਵੀ ਕੀਤੀ ਕਿ ਸੂਬੇ ਦੇ ਅੰਦਰ ਖੁੰਭਾ ਵਾਂਗੂ ਗਈਆਂ ਸ਼ਿਵ ਸੈਨਾ, ਉਹਨਾਂ ਦੀ ਸਿਕਿਉਰਿਟੀ ਵੀ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਹੈ। ਦੇਖੋ, ਚਾਹੇ ਸ਼ਿਵ ਸੈਨਾ, ਚਾਹੇ ਰਣਜੀਤ ਸਿੰਘ ਢੱਡਰੀਆਂ ਵਾਲਾ ਆ, ਜਿਹੜੇ ਲੋਕ ਵੀ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਔਰ ਕਰਨਾ ਵੀ ਬਣਦਾ ਆ, ਜਿਹੜੇ ਲੋਕ ਵੱਖ-ਵੱਖ ਧਰਮਾਂ ਦੇ ਵਿੱਚ ਫਸਾਦ ਪੈਦਾ ਕਰਦੇ ਆ, ਚਾਹੇ ਉਹ ਸ਼ਿਵ ਸੈਨਾ ਵਾਲੇ ਹੋਣ, ਔਰ ਜਿਹੜੇ ਲੋਕਾਂ ਦੀਆਂ ਧਾਰਮਿਕ ਆਸਥਾ ਦੇ ਉੱਤੇ, ਪਰੰਪਰਾ, ਇਤਿਹਾਸ, ਧਾਰਮਿਕ ਸੰਸਥਾਵਾਂ ਔਰ ਧਾਰਮਿਕ ਗ੍ਰੰਥਾਂ ਦੇ ਉੱਤੇ ਜਿਹੜਾ ਵਾਰ ਕਰਦੇ ਆ, ਉਹਨਾਂ ਦੇ ਖਿਲਾਫ ਜ਼ਹਿਰ ਉਗਲਦੇ ਆ, ਚਾਹੇ ਉਹ ਰਣਜੀਤ ਸਿੰਘ ਢੱਡਰੀਆਂ ਵਾਲਾ ਹੀ ਕਿਉਂ ਨਾ ਹੋਵੇ, ਤਾਂ ਉਹਨਾਂ ਨੂੰ ਸਰਕਾਰ ਇੰਨੀ ਜ਼ਿਆਦਾ ਸੁਰੱਖਿਆ ਦੇ ਦਿੰਦੀ ਆ ਕਿ ਉਹ ਬੰਦੇ ਹੋਰ ਜ਼ਿਆਦਾ ਮੱਛਰ ਕੇ, ਉਹ ਹੋਰ ਜ਼ਿਆਦਾ ਅਗਰੈਸਿਵ ਬੋਲਦੇ, ਕਿਉਂਕਿ ਉਹਨਾਂ ਲੋਕਾਂ ਨੂੰ, ਦੇਖੋ, ਸੁਰੱਖਿਆ ਕਿਸੇ ਨੂੰ ਵੀ ਥ੍ਰੈਟ ਹੁੰਦਾ ਆ, ਸੁਰੱਖਿਆ ਦੇਣੀ ਸਰਕਾਰ ਦਾ ਫਰਜ਼ ਆ, ਦੇਣੀ ਚਾਹੀਦੀ। ਪਰ ਇਹ ਵੀ ਕਾਰਨ ਵੇਖਿਆ ਜਾਣਾ ਚਾਹੀਦਾ ਕਿ ਉਹ ਬੰਦਾ ਜਿਹੜਾ ਆ, ਜਿਹਨੂੰ ਖਤਰਾ ਆ, ਜਿਹਦੀ ਜਾਨ ਨੂੰ, ਉਹਦੀ ਜਾਨ ਨੂੰ ਖਤਰਾ ਕਿਉਂ ਆ? ਜੇਕਰ ਤੁਸੀਂ ਗਲਤ ਬੰਦਿਆਂ ਨੂੰ ਬੇਵਜ੍ਹਾ ਸੁਰੱਖਿਆ ਦੇਈ ਜਾਓਗੇ ਤਾਂ ਉਹਨਾਂ ਨੇ ਆਪਣੇ ਆਪ ਹੀ, ਉਹਨਾਂ ਨੂੰ ਇਹ ਗੱਲ ਮਹਿਸੂਸ ਹੋਣੀ ਆ ਵੀ ਸਾਨੂੰ ਤੇ ਸਰਕਾਰ ਨੇ ਸੁਰੱਖਿਆ ਦਿੱਤੀ ਆ, ਜੋ ਮਰਜ਼ੀ ਬੋਲੀ ਜਾਈਏ। ਕੁਝ ਹੋਰ ਵੀ ਇਹੋ ਜਿਹੇ ਆਗੂ ਨੇ, ਧਾਰਮਿਕ ਪ੍ਰਚਾਰਕ ਨੇ, ਜਿਨ੍ਹਾਂ ਨੂੰ ਪੁਲਿਸ ਨੇ ਸੁਰੱਖਿਆ ਦਿੱਤੀ। ਤੁਸੀਂ ਦੱਸੋ, ਧਰਮ ਦੇ ਪ੍ਰਚਾਰਕ ਨੂੰ ਸੁਰੱਖਿਆ ਦੀ ਕੀ ਲੋੜ ਹੈ? ਧਰਮ ਦਾ ਪ੍ਰਚਾਰਕ ਗੁਰੂ ਨਾਨਕ ਸਾਹਿਬ 48 ਪੁਆਇੰਟ ਆ ਗਿਆ। ਬਿਲਕੁਲ ਉਹਨਾਂ ਨੇ ਜਾ ਕੇ ਮੱਕੇ ਦੇ ਵਿੱਚ, ਉਹ ਜਿੱਥੇ ਮੱਕੇ ਦੇ ਵਿੱਚ ਕੋਈ ਵੀ ਬੰਦਾ ਦੂਜੇ ਧਰਮ ਦਾ ਜਾ ਨਹੀਂ ਸੀ ਸਕਦਾ, ਉਹਨਾਂ ਮੱਕਾ ਫਰਾਤਾ, ਉੱਥੇ ਜਾ ਕੇ ਸੰਵਾਦ ਕੀਤਾ। ਉਹਨਾਂ ਨੇ ਹਰ ਥਾਂ ਗਏ, ਉਹਨਾਂ ਨੇ ਜਾ ਕੇ ਜਿਹੜਾ ਆਪਣਾ ਹੈਗਾ ਹਰਿਦੁਆਰ ਵੀ ਗਏ, ਉੱਥੇ ਜਾ ਕੇ ਵੀ ਪੰਡਤਾਂ ਨੂੰ ਜਿਹੜਾ ਉਹਨਾਂ ਨਾਲ ਸੰਵਾਦ ਕੀਤਾ। ਉਹਨਾਂ ਨੂੰ ਕਿਸੇ ਨੇ ਕਿਉਂ ਨਹੀਂ ਜਾਨੋਂ ਮਾਰਤਾ? ਗੁਰੂ ਨਾਨਕ ਸਾਹਿਬ ਨਾਲ ਕਿਉਂ ਨਹੀਂ ਸੀ ਸੁਰੱਖਿਆ ਦੱਸਦੇ? ਉਹਨਾਂ ਨੂੰ ਕਿਉਂ ਨਹੀਂ ਲੋੜ ਪਈ? ਬੁੱਟਰ ਸਾਹਿਬ, ਆਪਾਂ ਬਾਬੇ ਨਾਨਕ ਦੇ ਨਾਲ ਅਜਿਹੇ ਪਖੰਡੀਆਂ ਨੂੰ ਕਿਉਂ ਮਿਲਾਉਣਾ ਹੈਗਾ? ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ। ਧੰਨਵਾਦ ਜੀ। ਬਿਲਕੁਲ ਜੀ, ਪੰਜਾਬ ਸਰਕਾਰ ਨੇ ਜੇ ਸਿਕਿਉਰਿਟੀ ਕਟੌਤੀ ਕਰਨੀ ਆਈ ਹੈ ਤੇ ਉਹਦਾ ਨਜ਼ਰੀਆ ਇੱਕ ਹੋਣਾ ਚਾਹੀਦਾ, ਸਾਰਿਆਂ ਨੂੰ ਇੱਕ ਅੱਖ ਦੇ ਨਾਲ ਵੇਖਣਾ ਪਏਗਾ। ਇਹ ਨਹੀਂ ਕਿ ਤੁਸੀਂ ਕਈਆਂ ਦੀ ਸਿਕਿਉਰਿਟੀ ਵਾਪਸ ਲੈ ਲਓ, ਕਈਆਂ ਦੀ ਬਹਾਲ ਕਰ ਦਿਓ, ਤੇ ਕਈ ਇਦਾਂ ਦੇ ਲੋਕ ਨੇ ਜਿਹੜੇ ਸੂਬੇ ਦੇ ਵਿੱਚ ਦੰਗੇ ਕਰਵਾਉਂਦੇ ਨੇ, ਭੜਕਾਉਂਦੇ ਨੇ, ਫਿਰਕਿਆਂ ਦੇ ਵਿੱਚ ਲੜਾਈ ਪਾਉਂਦੇ ਨੇ, ਉਹਨਾਂ ਨੂੰ ਤੁਸੀਂ ਸਿਕਿਉਰਿਟੀ ਦੇ ਰਹੇ ਹੋ। ਇਹ ਬਹੁਤ ਵੱਡਾ ਇੱਕ ਸਵਾਲ ਆ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਸਿਕਿਉਰਿਟੀ ਜਿਹੜੀ ਸਰਕਾਰ ਨੇ ਵਾਪਸ ਲਈ, ਉਹਨਾਂ ਮੋੜ ਦਿੱਤੀ। ਹਾਲਾਂਕਿ ਸਰਕਾਰ ਨੇ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਵਾਲ ਆ ਕਿ ਸਰਕਾਰ ਨੇ ਜਾਂ ਸਲਾਹ ਕਰਨੀ ਹੈ, ਜੇ ਸਲਾਹਕਾਰ ਨੇ, ਉਹਨਾਂ ਦੀ ਜਿਹੜੀ ਸੋਚ ਆ ਉਹ ਬਹੁਤ ਛੋਟੀ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।